ਅੱਜ ਮਿਤੀ 23 ਅਪ੍ਰੈਲ 2020 ਤੱਕ ਜ਼ਿਲ੍ਹਾ ਲੁਧਿਆਣਾ ਵਿਖੇ 1267 ਸੈਂਪਲਸ ਕਲੈਕਟ ਕੀਤੇ ਗਏ ਨੇ, ਜਿਹਦੇ ਵਿੱਚੋਂ 1160 ਸੈਂਪਲਾਂ ਦੀ ਰਿਪੋਰਟ ਸਾਨੂੰ ਪ੍ਰਾਪਤ ਹੋ ਚੁੱਕੀ ਹੈ। ਇਹਨਾਂ ਵਿੱਚੋਂ 19 ਕੇਸ ਜਿਹੜੇ ਹੈਗੇ ਉਹ ਪੋਜ਼ਿਟਿਵ ਪਾਏ ਗਏ ਨੇ, ਜਿਨ੍ਹਾਂ ਵਿੱਚੋਂ 16 ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਿਤ ਨੇ ਤੇ 3 ਕੇਸ ਜਿਹੜੇ ਹੈਗੇ ਬਾਹਰਲੇ ਜ਼ਿਲ੍ਹਿਆਂ ਨਾਲ ਸੰਬੰਧਿਤ ਨੇ। 1141 ਕੇਸ ਜਿਹੜੇ ਹੈਗੇ ਉਹ ਨੈਗੇਟਿਵ ਪਾਏ ਗਏ ਨੇ। ਕੁੱਲ ਮਿਲਾ ਕੇ 5 ਇੱਥੇ ਡੈਥ ਹੋ ਚੁੱਕੀਆਂ ਹਨ, ਜਿਹਦੇ ਵਿੱਚੋਂ 4 ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਿਤ ਸੀਗੀਆਂ ਤੇ ਇੱਕ ਡੈਥ ਜਿਹੜੀ ਸੀਗੀ ਉਹ ਜ਼ਿਲ੍ਹਾ ਲੁਧਿਆਣੇ ਤੋਂ ਬਾਹਰ ਦੀ ਸੀਗੀ। ਕੁੱਲ ਮਿਲਾ ਕੇ ਹੁਣ ਤੱਕ 5 ਪੇਸ਼ੈਂਟ ਜਿਹੜੇ ਹੈਗੇ ਉਹ ਕਿਉਰਡ ਡਿਕਲੇਅਰ ਕੀਤੇ ਜਾ ਚੁੱਕੇ ਨੇ, ਜਿਹਦੇ ਵਿੱਚੋਂ 4 ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਿਤ ਨੇ ਤੇ ਇੱਕ ਕੇਸ ਜਿਹੜਾ ਹੈਗਾ ਬਾਹਰਲੇ ਡਿਸਟ੍ਰਿਕਟ ਦਾ ਹੈ। ਤੇ ਕੁੱਲ ਹੁਣ 9 ਕੇਸਿਸ ਯਾਨੀ ਕਿ 8 ਕੇਸ ਜਿਹੜੇ ਹੈਗੇ ਜ਼ਿਲ੍ਹਾ ਲੁਧਿਆਣੇ ਦੇ ਤੇ ਇੱਕ ਕੇਸ ਜਿਹੜਾ ਹੈਗਾ ਬਾਹਰਲੇ ਡਿਸਟ੍ਰਿਕਟ ਦਾ। ਕੁੱਲ 9 ਕੇਸ ਜਿਹੜੇ ਹੈਗੇ ਉਹ ਐਕਟਿਵ ਕੇਸਿਸ ਹੈਗੇ। ਅੱਜ ਵੀ ਇੱਕ ਪੇਸ਼ੈਂਟ ਜਿਹੜਾ ਹੈਗਾ ਉਹ ਕਿਉਰ ਡਿਕਲੇਅਰ ਕੀਤਾ ਗਿਆ ਹੈਗਾ ਸਿਵਲ ਹਸਪੀਟਲ ਤੋਂ। ਸੈਕਿੰਡ ਨੈਗੇਟਿਵ ਰਿਪੋਰਟ ਆਉਣ ਤੋਂ ਬਾਅਦ ਉਹਨਾਂ ਨੂੰ ਡਿਸਚਾਰਜ ਕੀਤਾ ਜਾ ਰਿਹਾ ਹੈ। ਉਹਨਾਂ ਦੀ ਉਮਰ ਜੇ ਆਪਾਂ ਵੇਖੀਏ ਤਾਂ 70+ ਉਹਨਾਂ ਦੀ ਉਮਰ ਹੈਗੀ ਔਰ ਉਹਨਾਂ ਨੇ ਵੀ ਕੋਵਿਡ ਨੂੰ ਹਰਾਇਆ ਹੈਗਾ। ਕੇਵਲ ਔਰ ਕੇਵਲ ਕੁਝ ਚੀਜ਼ਾਂ ਜਿਹੜੀਆਂ ਅਸੀਂ ਜੇ ਫੋਲੋ ਕਰ ਲਈਏ ਤਾਂ ਇਸ ਬਿਮਾਰੀ ਦੇ ਨਾਲ ਚੰਗੀ ਤਰ੍ਹਾਂ ਆਪਾਂ ਫਾਈਟ ਕਰ ਸਕਦੇ ਹਾਂ। ਇੱਕ ਤਾਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੀ ਚੀਜ਼ ਹੈਗੀ ਉਹ ਹੈਗੀ ਕਿ ਟਾਈਮਲੀ ਇਸ ਬਿਮਾਰੀ ਦਾ ਪਤਾ ਚੱਲ ਜਾਵੇ। ਪਰ ਉਹਦੇ ਵਾਸਤੇ ਜਦ ਵੀ ਕਿਸੇ ਵੀ ਬੰਦੇ ਨੂੰ ਕਿਸੇ ਵੀ ਤਰੀਕੇ ਦਾ ਖਦਸ਼ਾ ਹੁੰਦਾ ਹੈ ਜਾਂ ਕੋਈ ਵੀ ਡਾਊਟ ਹੁੰਦਾ ਹੈ, ਕੋਈ ਵੀ ਸਿੰਪਟਮ ਇਸ ਤਰ੍ਹਾਂ ਦੇ ਫੀਲ ਹੁੰਦੇ ਨੇ ਕਿ ਉਹਨਾਂ ਨੂੰ ਖੰਘ ਹੈਗਾ, ਬੁਖਾਰ ਆ ਰਿਹਾ ਹੈਗਾ, ਡਰਾਈ ਕਫ ਹੈ, ਕੁਝ ਇਸ ਤਰ੍ਹਾਂ ਦੀ ਚੀਜ਼ਾਂ, ਕੁਝ ਇਸ ਤਰ੍ਹਾਂ ਦੇ ਸਿੰਪਟਮਸ ਜਿਹੜੇ ਹੈਗੇ ਉਹਨਾਂ ਨੂੰ ਵਿਖਦੇ ਨੇ, ਤਾਂ ਉਹਨਾਂ ਨੇ ਨਾਲ ਹੀ ਨਾਲ ਆਪਣੇ ਨੇੜੇ ਤੇੜੇ ਦਾ ਜਿਹੜਾ ਸਿਵਲ ਹਸਪੀਟਲ ਹੈਗਾ ਜਾਂ ਕੋਈ ਵੀ ਇਸ ਤਰ੍ਹਾਂ ਦਾ ਹਸਪੀਟਲ ਜਿੱਥੇ ਕਿ ਸੈਂਪਲਿੰਗ ਦੀ ਫੈਸਿਲਿਟੀ ਅਵੇਲੇਬਲ ਹੈਗੀ, ਉੱਥੇ ਤੁਰੰਤ ਜਾ ਕੇ ਆਪਣੀ ਸੈਂਪਲਿੰਗ ਜਿਹੜੀ ਹੈਗੀ ਉਹ ਕਰਾ ਲੈਣੀ ਚਾਹੀਦੀ ਹੈ। ਕਿਉਂਕਿ ਜਿੰਨਾ ਛੇਤੀ ਤੁਹਾਨੂੰ ਪਤਾ ਚੱਲ ਜਾਊਗਾ, ਇੱਕ ਤਾਂ ਤੁਹਾਨੂੰ ਆਈਸੋਲੇਸ਼ਨ ਜਿਹੜੀ ਹੈਗੀ ਛੇਤੀ ਕਰਤੀ ਜਾਵੇਗੀ, ਤੁਹਾਡੇ ਸਿੰਪਟੋਮੈਟਿਕ ਇਲਾਜ ਵੀ ਜਿਹੜਾ ਹੈਗਾ ਟਾਈਮਲੀ ਚਾਲੂ ਹੋ ਜਾਊਗਾ ਤੇ ਨਾਲ ਹੀ ਨਾਲ ਦੂਜਾ ਜਿਹੜਾ ਸਭ ਤੋਂ ਵੱਡਾ ਫਾਇਦਾ ਹੈਗਾ ਉਹ ਇਹ ਹੈਗਾ ਕਿ ਤੁਸੀਂ ਅੱਗੇ ਆਪਣੇ ਆਪ ਵੱਲੋਂ ਕਿਸੇ ਹੋਰ ਨੂੰ ਇਸ ਚੀਜ਼ ਦੇ ਨਾਲ ਇਨਫੈਕਟ ਨਹੀਂ ਕਰੋਗੇ। ਤਾਂ ਮੇਰੀ ਸਾਰੇ ਕੇ ਸਾਰੇ ਲੁਧਿਆਣਵੀਆਂ ਨੂੰ ਬੇਨਤੀ ਹੈ ਕਿ ਜਿਸ ਵੀ ਬੰਦੇ ਨੂੰ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਬ੍ਰੈਥਲੈਸਨੈਸ, ਖੰਘ, ਜ਼ੁਕਾਮ, ਹਾਈ ਫੀਵਰ, ਇਸ ਤਰ੍ਹਾਂ ਦੇ ਜਿਹੜੇ ਸਿੰਪਟਮਸ ਹੈਗੇ, ਜਿਹੜੇ ਕੋਵਿਡ ਦੇ ਸਿੰਪਟਮਸ ਹੈਲਥ ਡਿਪਾਰਟਮੈਂਟ ਵੱਲੋਂ ਕਾਫੀ ਪਹਿਲਾਂ ਲੋਕਾਂ ਨੂੰ ਦੱਸੇ ਗਏ ਸੀਗੇ, ਉਹ ਸਾਰੇ ਕੇ ਸਾਰੇ ਸਿੰਪਟਮਸ ਜਿਹੜੇ ਹੈਗੇ ਉਹਨਾਂ ਵਿੱਚੋਂ ਕੋਈ ਵੀ ਸਿੰਪਟਮ ਉਹਨਾਂ ਨੂੰ ਆਉਂਦਾ ਹੈ ਤਾਂ ਨੀਅਰੈਸਟ ਹੈਲਥ ਫੈਸਿਲਿਟੀ ਜਿਹੜੀ ਹੈਗੀ ਉੱਥੇ ਜਾ ਕੇ ਆਪਣਾ ਟੈਸਟ ਜਿਹੜਾ ਹੈਗਾ ਕਰਵਾ ਸਕਦੇ ਨੇ। ਹੁਣ ਇਹ ਟੈਸਟਿੰਗ ਫੈਸਿਲਿਟੀ ਜਿਹੜੀ ਹੈਗੀ ਸਿਵਲ ਹਸਪੀਟਲ ਲੁਧਿਆਣੇ ਦੇ ਵਿੱਚ ਤਾਂ ਅਵੇਲੇਬਲ ਹੈਗੀ ਹੀ ਹੈਗੀ। ਇਸ ਤਰ੍ਹਾਂ ਦਾ ਸੈਂਪਲਿੰਗ ਫੈਸਿਲਿਟੀ ਕਈ ਸਾਰੇ ਹਸਪੀਟਲਾਂ 'ਚ ਅਵੇਲੇਬਲ ਹੈ ਤੇ ਟੈਸਟਿੰਗ ਫੈਸਿਲਿਟੀ ਜਿਹੜੀ ਹੈਗੀ ਉਹ DMC ਹਸਪੀਟਲ ਲੁਧਿਆਣਾ ਦੇ ਵਿੱਚ ਵੀ ਅਵੇਲੇਬਲ ਹੈਗੀ। ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਅਸੀਂ ਛੇਤੀ ਕਰ ਲਈਏ ਤਾਂ ਸਾਨੂੰ ਬਹੁਤ ਛੇਤੀ ਇਸ ਬਿਮਾਰੀ ਦਾ ਪਤਾ ਵੀ ਚੱਲ ਜਾਊਗਾ। ਜੇ ਤੁਸੀਂ ਨੈਗੇਟਿਵ ਆ ਜਾਂਦੇ ਹੋ ਤਾਂ ਤੁਸੀਂ ਰਿਲੈਕਸ ਹੋ ਸਕਦੇ ਹੋ, ਬਾਕੀ ਜਿਹੜੇ ਸਿੰਪਟੋਮੈਟਿਕ ਤੁਹਾਡੇ ਇਲਾਜ ਹੈਗੇ ਉਹ ਕਰਾ ਸਕਦੇ ਹੋ। ਔਰ ਜੇ ਪੋਜ਼ਿਟਿਵ ਆ ਜਾਂਦੇ ਹੋ ਤਾਂ ਉੱਥੇ ਆਈਸੋਲੇਸ਼ਨ 'ਚ ਰਹਿ ਕੇ ਆਪਣੀ ਪ੍ਰੋਪਰ ਕੇਅਰ ਕਰਵਾ ਕੇ ਇਸ ਬਿਮਾਰੀ ਨੂੰ ਹਰਾ ਸਕਦੇ ਹੋ। ਕਿਉਂਕਿ ਜਿੰਨੇ ਵੀ ਕੇਸ ਅਭੀ ਤੱਕ ਲੁਧਿਆਣੇ 'ਚ ਆਏ ਨੇ ਜਿਨ੍ਹਾਂ ਦੇ ਵਿੱਚ ਡੈਥ ਹੋਈ ਹੈ, ਉਹ ਕੇਸ ਅਸੀਂ ਦੇਖਿਆ ਹੈ ਕਿ ਬਹੁਤ ਹੀ ਲੇਟ ਸਟੇਜ 'ਤੇ ਸਾਨੂੰ ਪਤਾ ਚੱਲਿਆ ਹੈਗਾ ਕਿ ਪੇਸ਼ੈਂਟ ਜਿਹੜਾ ਸੀਗਾ ਉਹ ਕੋਵਿਡ ਪੋਜ਼ਿਟਿਵ ਸੀਗਾ। ਇਨਫੈਕਟ 1-2 ਕੇਸ ਤਾਂ ਇਹੋ ਜਿਹੇ ਸੀਗੇ ਜਿਹਦੇ ਵਿੱਚ ਸਾਨੂੰ ਉਦੋਂ ਪਤਾ ਚੱਲਿਆ ਜਦ ਪੇਸ਼ੈਂਟ ਦੀ ਡੈਥ ਹੋ ਗਈ ਕਿ ਇਹ ਪੇਸ਼ੈਂਟ ਜਿਹੜਾ ਸੀਗਾ ਉਹ ਕੋਵਿਡ ਪੋਜ਼ਿਟਿਵ ਸੀਗਾ। ਕਿਉਂਕਿ ਜਦ ਤੱਕ ਪੇਸ਼ੈਂਟ ਆਪ ਅੱਗੇ ਨਹੀਂ ਆਉਂਦਾ ਉਦੋਂ ਤੱਕ ਕਿਸੇ ਨੂੰ ਪਤਾ ਨਹੀਂ ਚੱਲੂਗਾ ਕਿ ਉਹ ਬੰਦੇ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈਗੀ। ਇਹ ਸਕਰੀਨਿੰਗ ਹੈਲਥ ਡਿਪਾਰਟਮੈਂਟ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ। ਕਈ ਸਾਰੇ ਹੌਟ ਸਪੌਟ ਜਿਹੜੇ ਹੈਗੇ ਜਾਂ ਜਿਹੜੇ ਏਰੀਆਜ਼ ਇਹੋ ਜਿਹੇ ਹੈਗੇ ਜਿੱਥੇ ਕਿ ਇਸ ਤਰ੍ਹਾਂ ਦੇ ਪੇਸ਼ੈਂਟਸ ਹੋ ਸਕਦੇ ਉਹਨਾਂ ਦੀ ਲਗਾਤਾਰ ਸਕਰੀਨਿੰਗ ਹੈਲਥ ਡਿਪਾਰਟਮੈਂਟ ਵੱਲੋਂ ਕੀਤੀ ਜਾ ਰਹੀ ਹੈ। ਹੁਣ ਹੈਲਥ ਡਿਪਾਰਟਮੈਂਟ ਵੱਲੋਂ ਆਪਣੀ ਟੈਸਟਿੰਗ ਕੈਪੈਸਿਟੀ ਵੀ ਜਿਹੜੀ ਹੈਗੀ ਉਹਨੂੰ ਕਾਫੀ ਵਧਾ ਲਿਆ ਗਿਆ ਹੈ। ਤਾਂ ਮੈਨੂੰ ਲੱਗਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਜੇ ਅੱਗੇ ਆਉਂਦੇ ਹੈ, ਆਪਣੀ ਸਕਰੀਨਿੰਗ ਕਰਾਉਂਦੇ, ਆਪਣੀ ਟੈਸਟਿੰਗ ਕਰਾਉਂਦੇ ਆ ਤਾਂ ਉਹਨਾਂ ਦੇ ਵਾਸਤੇ ਵੀ ਫਾਇਦਾ ਹੋਊਗਾ ਇਸ ਚੀਜ਼ ਦਾ ਤੇ ਨਾਲ ਆਲੇ ਦੁਆਲੇ ਦੇ ਸਮਾਜ ਦੇ ਵਾਸਤੇ ਵੀ ਇਸ ਦਾ ਕਾਫੀ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਜਿਵੇਂ ਰਿਲੈਕਸੇਸ਼ਨ 'ਚ ਅਸੀਂ ਦੱਸਿਆ ਸੀਗਾ ਕਿ ਕਈ ਸਾਰੀ ਇੰਡਸਟਰੀਆਂ ਨੇ ਲੁਧਿਆਣੇ ਦੇ ਵਿੱਚ ਆਪਣਾ ਕੰਮ ਜਿਹੜਾ ਹੈਗਾ ਚਾਲੂ ਕਰਤਾ ਹੈਗਾ। ਹੁਣ ਇੰਡਸਟਰੀ ਡਿਪਾਰਟਮੈਂਟ ਵੱਲੋਂ ਆਪਣਾ ਪੋਰਟਲ ਜਿਹੜਾ ਹੈਗਾ ਉਹ ਤਿਆਰ ਕਰ ਲਿਆ ਗਿਆ ਹੈ। pbindustries.gov.in ਤੇ ਲੋਕ ਅਪਲਾਈ ਕਰ ਸਕਦੇ ਹਨ ਜੇ ਉਹ ਇੰਡਸਟਰੀ ਚਲਾਉਣਾ ਚਾਹੁੰਦੇ ਹਨ। ਇੱਕ ਇੰਡਸਟਰੀ ਵਾਲਿਆਂ ਨੂੰ ਬਹੁਤ ਵੱਡਾ ਕਨਫਿਊਜ਼ਨ ਸੀਗਾ ਕਿ ਜੇ ਉਹਨਾਂ ਦੀ ਇੰਡਸਟਰੀ ਦੇ ਵਿੱਚ ਕੋਈ ਵੀ ਬੰਦਾ ਪੋਜ਼ਿਟਿਵ ਆ ਜਾਂਦਾ ਹੈ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ। ਤਾਂ ਉਹਦੇ ਵਿੱਚ ਮੈਂ ਉਹਨਾਂ ਨੂੰ ਇਹ ਕਲੈਰੀਫਾਈ ਕਰਨਾ ਚਾਹਾਂਗਾ ਕਿ
ਇੰਡਸਟਰੀ ਵੱਲੋਂ ਜੋ ਗਵਰਨਮੈਂਟ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹਨਾਂ ਨੇ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਵਾਉਣੀ ਹੈ, ਲੋਕਾਂ ਨੂੰ ਮਾਸਕ ਪ੍ਰੋਵਾਈਡ ਕਰਾਣੇ ਹੈ, ਹੈਂਡ ਸੈਨੀਟਾਈਜ਼ ਕਰਵਾਉਣੇ ਹੈ, ਸੈਨੀਟੇਸ਼ਨ ਫੈਸਿਲਿਟੀ, ਹੈਂਡ ਵਾਸ਼ਿੰਗ ਫੈਸਿਲਿਟੀ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਦੀ ਚੀਜ਼ਾਂ ਪ੍ਰੋਵਾਈਡ ਕਰਾਉਣੀਆਂ ਨੇ। ਇਹ ਸਾਰਾ ਦਾ ਸਾਰਾ ਇੰਡਸਟਰੀ ਚਲਾਉਣ ਵਾਲੇ ਬੰਦੇ ਦੀ ਜ਼ਿੰਮੇਵਾਰੀ ਹੈਗੀ ਕਿ ਇਹ ਸਾਰੀ ਦੀ ਸਾਰੀ ਗਵਰਨਮੈਂਟ ਦੀ ਗਾਈਡਲਾਈਨ ਜਿਹੜੀਆਂ ਹੈਗੀਆਂ ਉਹਨਾਂ ਨੂੰ ਪੂਰੀ ਕਰੇ। ਜੇ ਖੁਦਾ ਨਾ ਖਾਸਤਾ ਕਿਸੇ ਬੰਦੇ ਨੂੰ ਪੋਜ਼ਿਟਿਵ ਆ ਜਾਂਦਾ ਹੈ ਔਰ ਇੰਡਸਟਰੀ ਵੱਲੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਹੀਂ ਕੀਤੀ ਗਈ ਹੈ ਤਾਂ ਫਿਰ ਇੰਡਸਟਰੀ ਡਿਪਾਰਟਮੈਂਟ ਦੇ ਖਿਲਾਫ ਜਾਂ ਇੰਡਸਟਰੀ ਵਾਲੇ ਬੰਦੇ ਦੇ ਖਿਲਾਫ ਕਾਰਵਾਈ ਉਹਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਹੋਵੇ, ਲੇਕਿਨ ਜੇ ਅਣਗਹਿਲੀ ਪਾਈ ਜਾਂਦੀ ਹੈ ਤਾਂ ਓਬਵੀਅਸਲੀ ਫਿਰ ਗਵਰਨਮੈਂਟ ਵੱਲੋਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ। ਤਾਂ ਜਿਹੜੇ ਵੀ ਇੰਡਸਟਰੀ ਵਾਲੇ ਹੈਗੇ ਉਹ ਜ਼ਰੂਰ ਅੱਗੇ ਆਉਣ ਕਿ ਆਪਣੀ ਇੰਡਸਟਰੀ ਨੂੰ ਚਲਾਉਣ ਦੇ ਵਾਸਤੇ ਔਰ ਸਾਰੀ ਦੀ ਸਾਰੀ ਗਵਰਨਮੈਂਟ ਦੀ ਗਾਈਡਲਾਈਨਸ ਨੂੰ ਫੋਲੋ ਕਰਨ। ਜੇ ਉਸ ਤੋਂ ਬਾਵਜੂਦ ਵੀ ਕੋਈ ਬੰਦਾ ਪੋਜ਼ਿਟਿਵ ਆ ਜਾਂਦਾ ਹੈ ਤਾਂ ਓਬਵੀਅਸਲੀ ਜੇ ਉਹਨਾਂ ਦੀ ਗਲਤੀ ਨਹੀਂ ਹੈ ਤਾਂ ਕੋਈ ਵੀ ਉਹਨਾਂ ਦੇ ਖਿਲਾਫ ਕਾਰਵਾਈ ਉਸ ਦੇ ਵਿੱਚ ਨਹੀਂ ਬਣਦੀ। ਇਸ ਤੋਂ ਇਲਾਵਾ ਇੰਡਸਟਰੀ ਤੇ ਉਸ ਦੇ ਨਾਲ ਜੁੜੀ ਹੋਈ ਲੇਬਰ ਔਰ ਗਵਰਨਮੈਂਟ ਵੱਲੋਂ ਭਾਵੇਂ ਉਹ ਕੇਂਦਰ ਸਰਕਾਰ ਹੋਵੇ, ਰਾਜ ਸਰਕਾਰ ਹੋਵੇ, ਉਹਨਾਂ ਵੱਲੋਂ ਇਹਨਾਂ ਨੂੰ ਕੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਔਰ ਕਿਹੜੇ ਸਿਚੁਏਸ਼ਨ ਦੇ ਵਿੱਚ ਉਹਨਾਂ ਵੱਲੋਂ ਕੀ ਕੀਤਾ ਜਾਣਾ ਚਾਹੀਦਾ ਹੈ, ਉਹਦੇ ਵਾਸਤੇ ਇੱਕ ਅਸੀਂ ਸਪੈਸ਼ਲ ਪ੍ਰੋਗਰਾਮ ਜਿਹੜਾ ਹੈਗਾ ਕੱਲ ਸ਼ਾਮੀ 4 ਵਜੇ ਲੈ ਕੇ ਆ ਰਹੇ ਨੇ। ਇੱਕ ਫੇਸਬੁੱਕ ਲਾਈਵ ਪ੍ਰੋਗਰਾਮ ਜਿਹੜਾ ਹੈਗਾ ਉਹ ਆਰਗੇਨਾਈਜ਼ ਕੀਤਾ ਜਾਵੇਗਾ, ਜਿਹਦੇ ਵਿੱਚ ਇੰਡਸਟਰੀ ਡਿਪਾਰਟਮੈਂਟ, ਲੇਬਰ ਡਿਪਾਰਟਮੈਂਟ, EPF ਔਰ ESIC ਡਿਪਾਰਟਮੈਂਟ ਜਿਹੜੇ ਹੈਗੇ ਉਹਨਾਂ ਦੇ ਐਕਸਪਰਟਸ ਜਿਹੜੇ ਹੈਗੇ ਅਸੀਂ ਉਹਨਾਂ ਨੂੰ ਬੁਲਾਇਆ ਹੈਗਾ ਔਰ ਉਹਨਾਂ ਦੇ ਨਾਲ ਅਸੀਂ ਲਾਈਵ ਇੰਟਰੈਕਟ ਕਰਾਂਗੇ। ਲੋਕ ਆਪਣੇ ਕੁਐਸਚਨ ਜਿਹੜੇ ਹੈਗੇ ਇੰਡਸਟਰੀ ਨਾਲ ਸੰਬੰਧਿਤ, ਮਾਈਗ੍ਰੈਂਟ ਲੇਬਰ ਨਾਲ ਸੰਬੰਧਿਤ ਜਿਹੜੇ ਹੈਗੇ ਉਹ ਉੱਥੇ ਸਾਨੂੰ ਪੋਸਟ ਕਰ ਸਕਦੇ ਨੇ, ਜਿਨ੍ਹਾਂ ਦੇ ਅਸੀਂ ਉੱਥੇ ਮੌਕੇ ਤੇ ਜਵਾਬ ਦੇਵਾਂਗੇ। ਇਸ ਤੋਂ ਇਲਾਵਾ ਇੱਕ ਨਵਾਂ ਆਰਡੀਨੈਂਸ ਜਿਹੜਾ ਹੈਗਾ ਉਹ ਜਾਰੀ ਹੋਇਆ ਹੈ, ਕਿਉਂਕਿ ਕਈ ਸਾਰੀ ਥਾਵਾਂ ਤੇ ਇਸ ਤਰ੍ਹਾਂ ਦੀ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਕਿ ਬਹੁਤ ਸਾਰੇ ਹੈਲਥ ਵਰਕਰ ਜਾਂ ਡਾਕਟਰਸ ਵਗੈਰਾ ਦੀ ਟੀਮਾਂ ਜਿਹੜੀਆਂ ਹੈਗੀਆਂ ਜੋ ਕਿ ਲੋਕਾਂ ਦਾ ਇਲਾਜ ਕਰ ਰਹੀਆਂ ਹੈਗੀਆਂ ਉਹਨਾਂ ਦੇ ਉੱਤੇ ਅਟੈਕ ਹੋ ਰਹੇ ਸੀਗੇ, ਉਹਨਾਂ ਦੇ ਨਾਲ ਲੜਾਈ ਝਗੜੇ ਹੋ ਰਹੇ ਸੀਗੇ, ਉਹਨਾਂ ਨੂੰ ਇੰਜਰਡ ਕੀਤਾ ਜਾ ਰਿਹਾ ਸੀਗਾ। ਤਾਂ ਉਹਦੇ ਵਿੱਚ ਉਹਨਾਂ ਦੀ ਪ੍ਰੋਟੈਕਸ਼ਨ ਦੇ ਵਾਸਤੇ ਗਵਰਨਮੈਂਟ ਆਫ ਇੰਡੀਆ ਵੱਲੋਂ ਇੱਕ ਆਰਡੀਨੈਂਸ ਬਣਾਇਆ ਗਿਆ ਹੈ, ਜਿਸ ਦੀ ਕਾਪੀ ਸਾਨੂੰ ਹੁਣੀ ਪ੍ਰਾਪਤ ਹੋਈ। ਉਸ ਦੇ ਮੁਤਾਬਿਕ ਅਸੀਂ ਸਾਰਿਆਂ ਨੂੰ ਇਹ ਵਾਰਨ ਕਰਨਾ ਚਾਹੁੰਦੇ ਹਾਂ ਕਿ ਜੇ ਕੋਈ ਵੀ ਬੰਦਾ ਇੰਡਸਟਰੀ ਡਿਪਾਰਟਮੈਂਟ ਡਾਕਟਰਸ ਜਾਂ ਹੈਲਥ ਵਰਕਰਸ ਦੇ ਖਿਲਾਫ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਨਿਊਸੈਂਸ ਕਰਦਾ ਹੈ ਤਾਂ ਇਸ ਐਕਟ ਦੇ ਮੁਤਾਬਿਕ ਉਹਨਾਂ ਦੇ ਖਿਲਾਫ